ਕੌਨਫੀਡੈਂਸ ਦੇਣਾ ਸਾਡਾ ਫਰਜ਼ ਬਣਦਾ ਹੈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਵੀ ਹੈ ਕਿ ਔਰਤ ਤੇ ਔਰਤਾਂ ਦੇ ਹਕੂਕ। ਅਸੀਂ ਮਜ਼ਹਬੀ ਪੁਆਇੰਟ ਆਫ ਵਿਊ ਨਾਲ ਵੀ ਵੇਖਾਂਗੇ, ਅਸੀਂ ਮੁਆਸ਼ਰਤੀ ਪੁਆਇੰਟ ਆਫ ਵਿਊ ਨਾਲ ਵੀ ਗੱਲ ਕਰਾਂਗੇ। ਸਭ ਤੋਂ ਪਹਿਲੇ ਨਿਗਤ ਹਾਸ਼ਮੀ ਸਾਹਿਬਾ ਵੱਲ ਟੁਰਦੇ ਹਾਂ। ਮੈਨੂੰ ਇਹ ਦੱਸੋ ਕਿ ਸਾਡੇ ਮਜ਼ਹਬ ਨੇ, ਸਾਡਾ ਸੋਹਣਾ ਮਜ਼ਹਬ ਇਸਲਾਮ, ਔਰਤਾਂ ਨੂੰ ਬਹੁਤ ਇੱਜ਼ਤ ਦਿੱਤੀ ਹੈ, ਪਰ ਮੁਆਸ਼ਰਾ ਉਹ ਚੀਜ਼ਾਂ ਕਿਉਂ ਨਹੀਂ ਇੰਪਲੀਮੈਂਟ ਕਰਦਾ? ਮੁਆਸ਼ਰਾ ਸਾਡਾ ਸਿਰਫ ਮਜ਼ਹਬ ਨੂੰ ਇਬਾਦਤ ਦੇ ਨਾਲ ਕਿਉਂ ਤੋਲਦਾ ਹੈ? ਇਹ ਕਿਉਂ ਨਹੀਂ ਦੱਸਦਾ ਕਿ ਮੁਆਸ਼ਰੇ 'ਚ ਇੱਕ ਬੰਦੇ ਦੇ ਜਾਂ ਔਰਤ ਦੇ, ਇੱਕ ਬੱਚੇ ਦੇ ਕੀ ਹਕੂਕ ਨੇ? ਖਾਸ ਤੌਰ ਤੇ ਜਿਹੜਾ ਔਰਤਾਂ ਦੇ ਹਕੂਕ ਨੇ, ਰਾਈਟ ਆਫ ਡਿਵੋਰਸ, ਰਾਈਟ ਆਫ ਮੈਰਿਜ, ਫਿਰ ਰਾਈਟ ਆਫ ਇਨਹੈਰੀਟੈਂਸ। ਜਜ਼ਾਕੱਲਾ ਕਾਸ਼ਾ, ਬੜੀ ਸੋਹਣੀ ਗੱਲ ਤੁਸੀਂ ਕੀਤੀ ਔਰ ਬੜੀ ਗਹਿਰੀ ਗੱਲ ਹੈ, ਬੜਾ ਗਹਿਰਾ ਸਵਾਲ ਹੈ ਕਿ ਸਾਡੇ ਮੁਆਸ਼ਰੇ 'ਚ ਉਹ ਸਾਰੀਆਂ ਚੀਜ਼ਾਂ ਨਜ਼ਰ ਕਿਉਂ ਨਹੀਂ ਆਉਂਦੀਆਂ, ਉਹ ਇੰਪਲੀਮੈਂਟ ਕਿਉਂ ਨਹੀਂ ਹੁੰਦੀਆਂ? ਤੇ ਉਹਦਾ ਅਸਲ ਸਬਬ ਜਿਹੜਾ ਉਹ ਤਾਲੀਮ ਦੀ ਕਮੀ ਕਿ ਸਾਨੂੰ ਪਤਾ ਹੀ ਨਹੀਂ ਸਾਡਾ ਮਜ਼ਹਬ ਕੀ ਹੈ। ਸਾਨੂੰ ਸਾਡੇ ਰੱਬ ਨੇ ਆਪਣੇ ਕਲਾਮ ਵਿੱਚ, ਕੁਰਾਨ ਮਜੀਦ ਵਿੱਚ ਕੀ ਕੁਛ ਦੱਸਿਆ, ਫਿਰ ਸਾਡੇ ਨਬੀ ਨੇ ਸਾਨੂੰ ਕੀ ਕੁਛ ਸਿਖਾਇਆ ਔਰ ਕਿਸ ਤਰ੍ਹਾਂ ਉਹ ਹਕੂਕ ਦਿੱਤੇ। ਤੇ ਇਸ ਇਗਨੋਰੈਂਸ ਦੀ ਵਜ੍ਹਾ ਤੋਂ ਵੀ ਤੇ ਇਸ ਮਤਲਬ ਤੁਸੀਂ ਇਹ ਸਮਝ ਲਓ ਕਿ ਆਪਣੇ ਮਜ਼ਹਬ ਦੇ ਬਾਰੇ 'ਚ, ਆਪਣੇ ਦੀਨ ਦੇ ਬਾਰੇ 'ਚ, ਔਰ ਇਹ ਇੱਕ ਲਾਈਫ ਸਟਾਈਲ ਹੈ, ਇਸਲਾਮ ਇਜ਼ ਦਾ ਵੇ, ਤੇ ਇੱਕ ਐਸਾ ਤਰੀਕਾ ਜ਼ਿੰਦਗੀ ਹੈ ਜਿਹੜਾ ਬਗੈਰ ਨੌਲੇਜ ਤੋਂ ਉਹ ਇਖਤਿਆਰ ਨਹੀਂ ਕੀਤਾ ਜਾ ਸਕਦਾ। ਤੇ ਨੌਲੇਜ ਦੀ ਕਮੀ ਹੈ। ਤੁਸੀਂ ਇਹ ਵੇਖੋ ਕਿ ਸਾਡਾ ਮਜ਼ਹਬ ਤੇ ਉਹ ਹੈ ਕਿ ਜਦੋਂ ਅੱਲਾਹ ਪਾਕ ਨੇ ਪਹਿਲੀ ਵਹੀ ਨਾਜ਼ਿਲ ਕੀਤੀ ਤੇ ਪਹਿਲਾ ਲਫ਼ਜ਼ ਜਿਹੜਾ ਕਿਹਾ ਇਕਰਾ, ਕਿ ਤੁਸੀਂ ਪੜੋ। ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਉਸ ਵਕਤ ਕਿੰਨੇ ਖੌਫਜ਼ਦਾ ਸੀ ਜਦੋਂ ਆਪ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਕਿ ਮੈਂ ਤੇ ਪੜਿਆ ਹੀ ਨਹੀਂ, ਮਾ ਅਨਾ ਬਿਕਾਰਿਨ। ਤੇ ਅੱਲਾਹ ਸੁਬਹਾਨਹੁ ਤਆਲਾ ਨੇ ਕਿਸ ਤਰ੍ਹਾਂ ਹਜ਼ਰਤ ਜਿਬਰੀਲ ਦੇ ਮੂੰਹ ਤੋਂ ਇਹ ਗੱਲ ਕਢਵਾਈ ਵਹੀ ਦੇ ਜ਼ਰੀਏ ਕਿ ਇਕਰਾ ਬਿਸਮਿ ਰੱਬਿਕ ਅੱਲਜ਼ੀ ਖਲਕ, ਪੜੋ ਤੁਸੀਂ ਆਪਣੇ ਰੱਬ ਦੇ ਨਾਂ ਨਾਲ ਜਿਹਨੇ ਤੁਹਾਨੂੰ ਪੈਦਾ ਕੀਤਾ। ਤੇ ਇਹ ਵੇਖੋ ਕਿ ਜਦੋਂ ਕਦੀ ਕਿਸੇ ਮੁਆਸ਼ਰੇ 'ਚ ਤਾਲੀਮ ਨਹੀਂ ਹੁੰਦੀ ਤੇ ਉਸ ਮੁਆਸ਼ਰੇ 'ਚ ਕਦੀ ਵੀ ਤਰੱਕੀ ਵੀ ਨਹੀਂ ਹੁੰਦੀ। ਨਾ ਤੁਸੀਂ ਉਸ ਮੁਆਸ਼ਰੇ 'ਚ ਵੈਲਿਊਜ਼ ਨੂੰ ਇੰਪਲੀਮੈਂਟ ਕਰ ਸਕਦੇ ਹੋ, ਨਾ ਤੁਸੀਂ ਉਸ ਮੁਆਸ਼ਰੇ 'ਚ ਕੋਈ ਸਕੂਨ ਵੇਖਦੇ ਹੋ, ਇਤਮਾਨਾਨ ਵੇਖਦੇ ਹੋ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤਾਲੁਕ ਔਰ ਇਸ ਤਬਦੀਲੀ ਦਾ ਤਾਲੁਕ ਤਾਲੀਮ ਨਾਲ ਹੈ। ਤੇ ਅਸੀਂ ਆਪਣੀ ਸੁਸਾਇਟੀ ਨੂੰ ਐਜੂਕੇਟ ਕਰਾਂਗੇ ਤੇ ਉਹ ਐਜੂਕੇਟ ਹੋਏਗੀ ਔਰ ਉਹਨਾਂ ਨੂੰ ਪਤਾ ਲੱਗੇਗਾ ਸਾਡਾ ਕੀ ਰੋਲ ਹੈ ਬਹਿਸੀਅਤ ਮਾਂ ਦੇ, ਬੀਵੀ ਦੇ, ਬੇਟੀ ਦੇ, ਹਰ ਰੋਲ ਨੂੰ ਸਮਝਣ ਦੇ ਕਾਬਿਲ। ਔਰ ਫਿਰ ਇਹ ਵੀ ਕਿ ਮਰਦਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਔਰ ਔਰਤਾਂ ਨੂੰ ਵੀ ਪਤਾ ਹੋਣਾ ਚਾਹੀਦਾ, ਔਰਤ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੀ ਜ਼ਿੰਮੇਦਾਰੀਆਂ ਨੇ ਔਰ ਕੀ ਸਾਡਾ ਹੱਕ ਹੈ। ਔਰ ਮਰਦਾਂ ਨੂੰ ਇਹ ਵੀ ਕਿ ਉਹਨਾਂ ਨੂੰ ਵੀ ਦੇਣ ਵਾਲਾ ਹੱਥ ਬਣਨਾ ਚਾਹੀਦਾ। ਅਗਰ ਉਹ ਲੈਂਦੇ ਨੇ ਤੇ ਅੱਲਾਹ ਸੁਬਹਾਨਹੁ ਤਆਲਾ ਨੇ ਆਪਣੇ ਕਲਾਮ 'ਚ ਇਹੀ ਕਿਹਾ ਵਲਹੁੰਨ ਮਿਸਲੁ ਲੱਜ਼ੀ ਅਲੈਹਿੰਨ ਬਿਲ ਮਾਰੂਫ, ਕਿ ਔਰਤਾਂ ਵਾਸਤੇ ਵੀ ਮਾਰੂਫ ਤਰੀਕੇ ਨਾਲ ਉਹੀ ਹੱਕ ਨੇ ਜਿਹੜੇ ਮਰਦਾਂ ਵਾਸਤੇ ਔਰਤਾਂ ਦੇ ਉੱਤੇ ਹੱਕ ਨੇ। ਤੇ ਜਦੋਂ ਮਰਦਾਂ ਨੂੰ ਅੱਲਾਹ ਸੁਬਹਾਨਹੁ ਤਆਲਾ ਨੇ ਹੱਕ ਦਿੱਤਾ ਤਾਂ ਔਰਤਾਂ ਨੂੰ ਵੀ ਉਸੇ ਤਰ੍ਹਾਂ ਦੇ ਹੱਕ ਦਿੱਤੇ ਨੇ। ਲੇਕਿਨ ਜੀ ਔਰਤਾਂ ਨੂੰ ਸਾਡੇ ਸਭ ਤੋਂ ਪਹਿਲੀ ਜਿਹੜੀ ਮਿਸਾਲ ਵੇਖੀ ਜਾਏ, ਜਦੋਂ ਨਿਕਾਹ ਹੁੰਦਾ ਹੈ, ਨਿਕਾਹਨਾਮੇ 'ਚ ਇੱਕ ਖਾਨਾ ਹੈ ਜਿਹਨੂੰ ਕ੍ਰਾਸ ਕਰ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲੀ ਜ਼ਿਆਦਤੀ ਤੇ ਘਰੋਂ ਹੀ ਹੋ ਜਾਂਦੀ ਹੈ ਕਿ ਕੱਲ ਨੂੰ ਤੂੰ ਤਲਾਕ ਨਹੀਂ ਦੇ ਸਕਦੀ। ਉਹਨੂੰ ਇਹ ਅਵੇਅਰ ਹੀ ਨਹੀਂ ਕੀਤਾ ਜਾਂਦਾ ਕਿ ਤੇਰੇ ਕੋਲ ਇਹ ਰਾਈਟ ਹੈ। ਜੇ ਕੱਲ ਨੂੰ ਕੋਈ ਮਸਲਾ ਬਣਦਾ ਹੈ ਜਿਹੜੀ ਨਹੀਂ ਨਿਭ ਸਕਦੀ ਤੇ ਸਿਰਫ ਬੰਦੇ ਨੂੰ ਹੀ ਰਾਈਟ ਦਿੱਤਾ ਹੈ। ਦੇਖੋ ਨਾ, ਘਰੋਂ ਹੀ ਜ਼ਿਆਦਤੀ ਹੋ ਗਈ ਉਹਦੇ ਨਾਲ। ਦੇਖੋ ਜੀ, ਕੋਈ ਕ੍ਰਾਸ ਵੀ ਕਰਦੇ ਨਾ ਤੇ ਤਾਂ ਵੀ ਅੱਲਾਹ ਸੁਬਹਾਨਹੁ ਤਆਲਾ ਨੇ ਉਹਨੂੰ ਹੱਕ ਫਿਰ ਵੀ ਦਿੱਤਾ ਹੋਇਆ, ਉਹ ਫਿਰ ਵੀ ਖੁਲਾ ਲੈ ਸਕਦੀ। ਅਗਰ ਯਾਨੀ ਖੁਲਾ ਲੈਣਾ ਕੋਈ ਅੱਛਾ ਅਮਲ ਨਹੀਂ ਹੈ, ਨਾਪਸੰਦੀਦਾ ਹੈ ਔਰ ਬਗੈਰ ਵਜ੍ਹਾ ਤੋਂ ਖੁਲਾ ਨਹੀਂ ਲੈਣੀ ਚਾਹੀਦੀ। ਰਿਸ਼ਤਿਆਂ ਨੂੰ ਤੇ ਤੋੜ ਨਿਭਾਉਣਾ ਚਾਹੀਦਾ, ਲੇਕਿਨ ਫਿਰ ਵੀ ਕਿਸੇ ਦੀ ਆਪਸ ਵਿੱਚ ਨਹੀਂ ਬਣ ਸਕਦੀ, ਕਦੇ ਮਜ਼ਾਜ ਨਹੀਂ ਮਿਲਦੇ। ਕੋਈ ਇੱਕ ਹੀ ਜ਼ਿੰਦਗੀ ਹੈ ਨਾ ਇਨਸਾਨ ਦੀ, ਤੇ ਅਗਰ ਉਸ ਜ਼ਿੰਦਗੀ 'ਚ ਆਪਸ 'ਚ ਖੁਸ਼ ਨਹੀਂ ਰਹਿ ਸਕਦੇ, ਮੁਤਮਈਨ ਨਹੀਂ ਰਹਿ ਸਕਦੇ, ਤੇ ਅੱਲਾਹ ਸੁਬਹਾਨਹੁ ਤਆਲਾ ਦੋਵਾਂ ਵਾਸਤੇ ਕੋਈ ਅੱਛੀ ਸਬੀਲ ਪੈਦਾ ਕਰ ਦੇਗਾ ਤੇ ਔਰਤ ਖੁਲਾ ਲੈ ਸਕਦੀ। ਤੇ ਜਿਹੜਾ ਕ੍ਰਾਸ ਕਰਨ ਦਾ ਜਿੱਥੋਂ ਤੱਕ ਤਾਲੁਕ ਹੈ, ਤੇ ਕਿਆ ਪੜ੍ਹੀ ਲਿਖੀ ਔਰਤ ਨੂੰ ਇਹ ਜਾਣਨਾ ਨਹੀਂ ਚਾਹੀਦਾ ਕਿ ਸਾਡੇ ਨਿਕਾਹਨਾਮੇ 'ਚ ਸਾਡੇ ਵਾਸਤੇ ਕਿਹੜੀ ਕਿਹੜੀ ਸ਼ਿਕ ਮੌਜੂਦ ਹੈ? ਤੇ ਤੁਸੀਂ ਅੱਗੇ ਤੁਸੀਂ ਕਦੀ ਰਿਸਰਚ ਕਰਾ ਕੇ ਵੇਖੋ ਨਾ, ਤੁਸੀਂ ਕਦੀ ਇਹਦੇ ਉੱਤੇ ਯਾਨੀ ਪਬਲਿਕ ਓਪੀਨੀਅਨ ਲੈ ਕੇ ਵੇਖੋ ਜਾਂ ਵੇਖੋ ਸਰਵੇ ਕਰਾ, ਤੇ ਤੁਹਾਨੂੰ ਪਤਾ ਲੱਗੇਗਾ PhD ਜਿਹੜੀਆਂ ਸਾਡੀਆਂ ਬਹੁਤ ਅੱਛੀਆਂ ਭੈਣਾਂ ਨੇ, ਉਹ ਬੇਟੀਆਂ ਨੇ, ਉਹਨਾਂ ਨੂੰ ਵੀ ਨਹੀਂ ਪਤਾ ਕਿ ਨਿਕਾਹਨਾਮੇ ਵਿੱਚ ਸਾਡੇ ਵਾਸਤੇ ਕੀ ਕੁਝ ਮੌਜੂਦ ਹੈ। ਔਰ ਨਿਕਾਹਨਾਮੇ ਨੂੰ ਇਹ ਪੜ੍ਹਦੀ ਕੌਣ ਹੈ ਔਰਤ? ਕਿ ਕੋਈ ਔਰਤ
कोई लड़की अपने निकाह तो पहले कभी किसी ਨੂੰ ਪੁੱਛ ਕੇ ਵੇਖੋ ਉਹਨੇ ਪੜਿਆ ਹੈ ਕਦੇ ਵੀ ਨਹੀਂ ਪੜਿਆ। ਮੈਂ ਹੀ ਕਹਿਣ ਲੱਗੀ ਸੀ ਕਿ ਬਸ ਮੌਲਵੀ ਸਾਹਿਬ ਦੇ ਹੱਥ ਹੁੰਦਾ ਹੈ, ਸਿਰਫ ਉਹਨੇ ਇੱਕ ਖਾਨੇ ਤੇ ਸਿਗਨੇਚਰ ਕਰਨੇ, ਦੈਟ ਇਜ਼ ਉਹਦੇ ਵਿੱਚ ਕੀ ਲਿਖਿਆ ਹੈ, ਉਹਨੂੰ ਉਹਦਾ ਜਿਹੜਾ ਹੱਕ ਮਹਿਰ ਹੈ ਉਹ ਵੀ ਵਿਚਾਰੀ ਆਪ ਨਹੀਂ ਦੱਸਦੀ, ਉਹ ਵੀ ਵੱਡੇ ਬੈਠੇ ਹੁੰਦੇ ਨੇ ਦੱਸਣ ਵਾਸਤੇ ਕਿ ਹਰ ਚੀਜ਼ ਸਿਰਫ ਉਹਨੇ ਸਿਗਨੇਚਰ ਕਰਨਾ। ਤੇ ਉਹਨੂੰ ਇੰਨਾ ਬੋਲਡ ਇਨਫ ਹੋਣਾ ਚਾਹੀਦਾ, ਉਹਨੂੰ ਇੰਨਾ ਆਪਣੇ ਹਕੂਕ ਦਾ ਪਤਾ ਹੋਣਾ ਚਾਹੀਦਾ ਕਿ ਅੱਲਾਹ ਤਾਲਾ ਨੇ ਮੈਨੂੰ ਹੱਕ ਦਿੱਤਾ। ਇਹ ਕੋਈ ਸ਼ਰਮ ਕਰਨ ਦਾ ਮਕਾਮ ਨਹੀਂ ਹੈ। ਅੱਛਾ, ਤੁਸੀਂ ਬੋਲਡ ਹੋਣ ਦੀ ਗੱਲ ਕੀਤੀ। ਸਾਡੀ ਜਿਹੜੀ ਔਰਤ ਹੈ ਜਦੋਂ ਬੋਲਡ ਹੋਣ ਲੱਗਦੀ ਹੈ, ਮੈਂ ਇੱਕ ਲਿਮਿਟਸ ਵਾਲੀ ਬੋਲਡਨੈਸ ਦੀ ਗੱਲ ਕਰ ਰਹੀ ਹਾਂ, ਜਿਹੜਾ ਸਾਡਾ ਮਜ਼ਹਬ ਵੀ ਕਬੂਲ ਕਰਦਾ ਹੈ, ਜਿਹੜੀ ਐਜ਼ ਏ ਇਨਸਾਨੀਅਤ ਸਾਡੇ ਹੱਕ ਵੀ, ਜਿਹੜੇ ਬੋਲਡ ਹੋਣ ਦੇ ਰੀਅਲ ਮਾਨੇ ਨੇ। ਬਿਲਕੁਲ ਬਿਲਕੁਲ ਉਹੀ ਬੋਲਡ ਹੋਣਾ ਹੈ ਕਿ ਆਪਣੇ ਹੱਕ ਵਾਸਤੇ ਖੜੇ ਹੋਣਾ, ਆਪਣੇ ਹੱਕ ਵਾਸਤੇ ਲੜਨਾ। ਪਰ ਜਦੋਂ ਵਿਚਾਰੀ ਬੋਲਡ ਹੋਣ ਲੱਗਦੀ ਹੈ ਤੇ ਉਹਨੂੰ ਬੇਹਯਾ ਬੇਸ਼ਰਮ ਕਹਿ ਦਿੱਤਾ ਜਾਂਦਾ ਹੈ, ਉਹਨੂੰ ਖਾਨਦਾਨ ਦੇ ਉੱਤੇ ਤਿਲਕ ਸਮਝ ਲਿੱਤਾ ਜਾਂਦਾ ਹੈ, ਉਹਦੇ ਕਹਿੰਦੇ ਕਿ ਰਿਸ਼ਤੇਦਾਰਾਂ ਦਾ ਕੰਮ ਖਰਾਬ ਕਰਤਾ, ਉਹਨਾਂ ਦਾ ਨਾਂ ਖਰਾਬ ਕਰਤਾ ਪੂਰੇ ਮੁਆਸ਼ਰੇ 'ਚ, ਉਹ ਵਿਚਾਰੀ ਕੀ ਕਰੇ ਉੱਥੇ ਫਿਰ? ਅੱਛਾ, ਉਹਦਾ ਮਤਲਬ ਇੱਕ ਦੇਖੋ ਨਾ, ਕੁਝ ਸੋਲੂਸ਼ਨਸ ਤੇ ਜਿਹੜੇ ਨੇ ਉਹ ਲੌਂਗ ਟਰਮ ਨੇ ਤੇ ਕੁਝ ਸੋਲੂਸ਼ਨਸ ਜਿਹੜੇ ਨੇ ਉਹ ਸ਼ਾਰਟ ਟਰਮ ਨੇ। ਤੇ ਲੌਂਗ ਟਰਮ ਸੋਲੂਸ਼ਨ ਤੇ ਫਿਰ ਉਹੀ ਗੱਲ ਆਈ ਕਿ ਜਦੋਂ ਤੱਕ ਅਸੀਂ ਐਜੂਕੇਟ ਨਹੀਂ ਕਰਾਂਗੇ ਤੇ ਇਹ ਚੇਂਜ ਨਹੀਂ ਆ ਸਕਦੀ। ਇੱਕ ਮਾਈਂਡ ਸੈਟ ਹੈ, ਉਸ ਮਾਈਂਡ ਸੈਟ ਨੂੰ ਜਿਹੜਾ ਕੰਡੀਸ਼ਨ ਤੇ ਡੀਕੰਡੀਸ਼ਨ ਤੇ ਕਰਨਾ ਪਏਗਾ ਤੁਹਾਨੂੰ। ਲੇਕਿਨ ਇਹ ਵੀ ਕਿ ਜਿਸ ਵਕਤ ਤੁਸੀਂ ਯਾਨੀ ਇਹਦਾ ਸੋਲੂਸ਼ਨ ਚਾਹੁੰਦੇ ਹੋ ਤੇ ਉਹ ਇਹ ਵੀ ਕਿ ਕਮ ਸ ਕਮ ਯਾਨੀ ਤੁਸੀਂ ਆਪਣਾ ਸ਼ਊਰ ਦੇਣ ਦਾ ਕੰਮ ਜਿਹੜਾ ਉਹ ਜਾਰੀ ਰੱਖੋਗੇ ਤੇ ਅਵੇਅਰਨੈਸ ਦਿਓਗੇ ਤੇ ਆਹਿਸਤਾ ਆਹਿਸਤਾ ਉਹਨੂੰ ਅਵੇਅਰਨੈਸ ਆਏਗੀ। ਤੇ ਕੀ ਫਰਕ ਪੈਂਦਾ ਅਗਰ ਕੋਈ ਕਹਿੰਦਾ ਕਿ ਬੇਹਯਾ ਹੈ? ਬਿਲਕੁਲ ਤੇ ਉਹਦੇ ਨਾਲ ਕੋਈ ਬੇਹਯਾ ਤਾਂ ਨਹੀਂ ਹੋ ਜਾਂਦਾ। ਤੇ ਮੈਂ ਫਿਰ ਵੀ ਕਹਾਂਗੀ ਕਿ ਉਹਨੂੰ ਇੰਨਾ ਕੌਨਫੀਡੈਂਸ ਦੇਣਾ ਚਾਹੀਦਾ ਹੈ। ਔਰ ਦੇਖੋ ਤੁਸੀਂ ਕਿ ਇਹ ਸਾਰੀਆਂ ਕੋਸ਼ਿਸ਼ਾਂ ਔਰਤ ਨੂੰ ਕੌਨਫੀਡੈਂਟ ਕਰਨ ਵਾਸਤੇ ਹੀ ਨੇ ਨਾ, ਕਿ ਤੁਸੀਂ ਯਾਨੀ ਕਿ ਮਿਲ ਬੈਠੋ, ਗੌਰ ਕਰੋ ਕਿ ਆਖਿਰ ਇਹ ਸੋਸਾਇਟੀ 'ਚ ਪ੍ਰੋਬਲਮ ਕਿਉਂ ਹੈ ਤੇ ਫਿਰ ਉਹਨੂੰ ਸੋਲਵ ਕੀਤਾ ਜਾਏ। ਤੇ ਜਦੋਂ ਇਹ ਕੋਸ਼ਿਸ਼ਾਂ ਛੋਟੇ ਛੋਟੇ ਲੈਵਲ ਤੇ ਵੀ ਜਾਰੀ ਰਹਿਣ ਤੇ ਲੋਕਾਂ ਨੂੰ ਪਤਾ ਲੱਗਦਾ ਹੈ। ਨਿਗਤ ਸਾਹਿਬਾ, ਸਾਡੇ ਮਜ਼ਹਬ ਨੇ ਔਰਤਾਂ ਨੂੰ ਜ਼ਿਆਦਾ ਹਕੂਕ ਦਿੱਤੇ ਨੇ, ਤੁਸੀਂ ਇਹਦੇ ਬਾਰੇ 'ਚ ਕੀ ਕਹੋਗੇ? ਦੇਖੋ, ਸਾਡੇ ਮਜ਼ਹਬ ਵਿੱਚ ਔਰਤ ਨੂੰ ਹਰ ਰੋਲ ਵਿੱਚ ਉਹ ਮਾਂ ਹੈ ਜਾਂ ਬੇਟੀ ਹੈ ਜਾਂ ਭੈਣ ਹੈ ਜਾਂ ਧੀ ਹੈ, ਹਰ ਇਤਬਾਰ ਨਾਲ ਯਾਨੀ ਉਹਨੂੰ ਉਹਦੇ ਮਕਾਮ ਦੇ ਇਤਬਾਰ ਨਾਲ ਦਰਜਾ ਦਿੱਤਾ ਹੈ। ਮਿਸਾਲ ਦੇ ਤੌਰ ਤੇ ਇੱਕ ਔਰਤ ਜਿਹੜੀ ਹੈ ਉਹ ਮਾਂ ਹੈ ਤੇ ਮਾਂ ਹੋਣ ਦੀ ਹੈਸੀਅਤ ਨਾਲ ਉਹਨੇ ਤਕਲੀਫਾਂ ਤੇ ਮੁਸ਼ੱਕਤਾਂ ਜ਼ਿਆਦਾ ਬਰਦਾਸ਼ਤ ਕੀਤੀਆਂ ਤੇ ਜਸਟਿਸ ਇਹੀ ਹੈ, ਇਨਸਾਫ ਦਾ ਵੀ ਤਕਾਜ਼ਾ ਹੈ। ਔਰ ਫਿਰ ਇਹ ਵੇ ਕਿ ਸੁਸਾਇਟੀ ਨੂੰ ਤੁਸੀਂ ਜਦੋਂ ਅੱਗੇ ਵਧਾਣਾ ਹੈ ਤੇ ਸੁਸਾਇਟੀ 'ਚ ਜਿਹੜੀ ਮਾਂ ਹੈ ਉਹ ਰੂਟ ਦਾ ਕੰਮ ਕਰਦੀ ਹੈ, ਉਹ ਜੜ ਹੈ ਨਾ ਸੁਸਾਇਟੀ ਦੀ। ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਯਾਨੀ ਇੱਕ ਬੰਦੇ ਨੇ ਪੁੱਛਿਆ ਨਬੀ ਸੱਲਮ ਦੇ ਕੋਲੋਂ ਕਿ ਮੇਰੇ ਉੱਤੇ ਸਭ ਤੋਂ ਜ਼ਿਆਦਾ ਹੱਕ ਕਿਹਦਾ ਹੈ ਕਿ ਮੈਂ ਉਹਦੇ ਨਾਲ ਹੁਸਨੇ ਸਲੂਕ ਕਰਾਂ? ਤੇ ਆਪ ਸੱਲਮ ਨੇ ਫਰਮਾਇਆ ਕਿ ਤੁਹਾਡੀ ਮਾਂ। ਤੇਰੀ ਮਾਂ ਦਾ। ਤੇ ਫਿਰ ਜਿਸ ਵਕਤ ਉਹਨੇ ਦੁਬਾਰਾ ਪੁੱਛਿਆ ਤੇ ਆਪਨੇ ਕਿਹਾ ਕਿ ਤੁਹਾਡੀ ਮਾਂ। ਫਿਰ ਪੁੱਛਿਆ ਤੇ ਆਪਨੇ ਫਰਮਾਇਆ ਤੁਹਾਡੀ ਮਾਂ। ਫਿਰ ਪੁੱਛਿਆ ਤੇ ਕਿਹਾ ਤੁਹਾਡਾ ਬਾਪ। ਤੇ ਇਸ ਵਾਸਤੇ ਕਿ ਔਰਤ 3 ਦਰਜੇ ਤੇ ਯਾਨੀ ਉਹਨੂੰ ਉੱਚਾ ਮਕਾਮ ਦੇਣਾ ਇਹ ਬਿਲਕੁਲ ਇਨਸਾਫ ਦਾ ਤਕਾਜ਼ਾ ਸੀ ਮਾਂ ਹੋਣੇ ਦੇ ਨਾਤੇ। ਲੇਕਿਨ ਬਹਿਸੀਅਤ ਬੀਵੀ ਦੇ ਦੇਖੋ ਤੇ ਬੀਵੀ ਤੇ ਸ਼ੌਹਰ ਦੇ ਵਾਸਤੇ ਕਿਹਾ ਵਲਹੁन्न ਮਿਸਲੁ ਲੱਜ਼ੀ ਅਲੈਹਿन्न ਬਿਲ ਮਾਰੂਫ, ਕਿ ਉਹਨਾਂ ਔਰਤਾਂ ਦੇ ਵੀ ਤੁਹਾਡੇ ਉੱਤੇ ਉਸੇ ਤਰ੍ਹਾਂ ਹੱਕ ਨੇ ਜਿਸ ਤਰ੍ਹਾਂ ਮਾਰੂਫ ਤਰੀਕੇ ਨਾਲ ਤੁਹਾਡੇ ਉਹਨਾਂ ਦੇ ਉੱਤੇ ਹੱਕ ਨੇ। ਤੇ ਇਹਦਾ ਮਤਲਬ ਹੈ ਕਿ ਇਸ ਹੱਕ 'ਚ ਦੋਨਾਂ ਨੂੰ ਹੀ ਬਰਾਬਰ ਰੱਖਿਆ, ਯਾਨੀ ਉਹਦੇ ਵਿੱਚ ਕੋਈ ਮਰਦ ਨੂੰ ਔਰਤ ਦੇ ਉੱਤੇ ਜਾਂ ਔਰਤ ਨੂੰ ਮਰਦ ਦੇ ਉੱਤੇ ਹੱਕ ਦੇ ਇਤਬਾਰ ਨਾਲ ਕੋਈ ਫਰਕ ਨਹੀਂ ਪਾਇਆ। ਰਿਸਪੌਂਸਿਬਿਲਿਟੀਜ਼ ਦਾ ਫਰਕ ਹੈ ਤੇ ਰਾਈਟ ਤੇ ਰਿਸਪੌਂਸਿਬਿਲਿਟੀ 'ਚ ਫਰਕ ਹੁੰਦਾ ਹੈ। ਤੇ ਮਰਦ ਦੀਆਂ ਰਿਸਪੌਂਸਿਬਿਲਿਟੀਜ਼ ਜ਼ਿਆਦਾ ਨੇ ਔਰ ਔਰਤ ਦੀਆਂ ਰਿਸਪੌਂਸਿਬਿਲਿਟੀਜ਼ ਆਪਣੀ ਨਸਲ ਨੂੰ ਚਲਾਉਣ ਵਾਸਤੇ, ਉਹਨਾਂ ਦੀ ਤਰਬੀਅਤ ਵਾਸਤੇ ਉਸ ਇਤਬਾਰ ਨਾਲ ਜ਼ਿਆਦਾ ਨੇ। ਤੇ ਜਿੱਥੇ ਤੱਕ ਧੀ ਦਾ ਤਾਲੁਕ ਹੈ ਤੇ ਧੀ ਹੋਣੇ ਦੇ ਨਾਤੇ ਵੀ ਨਬੀ ਸੱਲਮ ਨੇ ਕਿਸ ਤਰ੍ਹਾਂ ਤਵੱਜੋ ਦਿਲਾਈ ਕਿ आपने कहा कि अगर किसी दियां 3 ਧੀਆਂ ਹੋਣ ਔਰ ਉਹਨਾਂ ਦੀ ਅੱਛੀ ਪਰਵਰਿਸ਼ ਕਰੇ, ਉਹਨਾਂ ਨੂੰ ਤਾਲੀਮ ਦਿਲਵਾ, ਉਹਨਾਂ ਦਾ ਨਿਕਾਹ ਕਰ ਦੇ ਤੇ ਉਹਦੀ ਵਜ੍ਹਾ ਨਾਲ ਉਹ ਬੇਟੀਆਂ ਜਿਹੜੀਆਂ ਨੇ ਦੋਜ਼ਖ ਤੋਂ ਆੜ ਬਣ ਜਾਣਗੀਆਂ। ਕਿਸੇ ਨੇ ਪੁੱਛਿਆ ਜੇ 2 ਧੀਆਂ ਹੋਣ ਤੇ ਆਪਨੇ ਕਿਹਾ ਕਿ 2 ਦੇ ਵਾਸਤੇ ਇਹੀ ਹੈ। ਤੇ ਰਾਵੀ ਹਦੀਸ ਕਹਿੰਦੇ ਨੇ ਜੇ ਕੋਈ ਪੁੱਛਦਾ ਕਿ 1 ਦੇ ਵਾਸਤੇ ਕੀ ਤੇ ਆਪਨੇ ਇਹੀ ਜਵਾਬ ਦੇਣਾ ਸੀ, ਲੇਕਿਨ ਕਿਸੇ ਨੇ ਪੁੱਛਿਆ ਨਹੀਂ। ਤੇ ਇਹਦਾ ਮਤਲਬ ਇਹ ਵੇ ਕਿ बेटी होने के नाते जिन्ना हुस्न सलूक कोई अपनी बेटी नाल करदा है ते उस एतबार नाल ओ बेटी जिन्हों जहमत समझा गया, जिन्हों जिंदगी का भी हक ना दिता गया, जिन्हों तालीम का हक ना दिता गया, जिन्हों कोई मुआशी हक ना दिता गया,
ਉਸ ਬੇਟੀ ਨੂੰ ਜ਼ਹਿਮਤ ਦੀ ਬਜਾਏ ਰਹਿਮਤ ਬਣਾ ਦਿੱਤਾ ਕਿ ਹਰ ਕੋਈ ਆਪਣੀ ਜੰਨਤ ਉਸ ਬੇਟੀ 'ਚ ਤਲਾਸ਼ ਕਰਨ ਲੱਗ ਗਿਆ। ਤੇ ਇਸ ਇਤਬਾਰ ਨਾਲ ਦੇਖਿਆ ਜਾਏ ਤੇ ਬੜਾ ਇਨਸਾਫ ਹੈ, ਅਦਲ ਵਾਲੀ ਗੱਲ ਹੈ। ਔਰ ਇਸੇ ਵਜ੍ਹਾ ਨਾਲ ਸੁਸਾਇਟੀਆਂ ਜਿਹੜੀਆਂ ਨੇ ਉਹ ਬਰਕਰਾਰ ਵੀ ਰਹਿੰਦੀਆਂ ਨੇ। ਬੇਸ਼ੱਕ ਬੇਸ਼ੱਕ। ਨਾਸਰਾ ਸਾਹਿਬਾ ਸਾਡੇ ਨਾਲ ਮੌਜੂਦ ਨੇ। ਤੁਹਾਡੇ ਤੋਂ ਸਵਾਲ ਕਰਾਂਗੀ ਕਿ ਫੈਮਿਨਿਜ਼ਮ ਕੀ ਹੈ? ਸਾਡੇ ਇੱਕ ਕਨਸੈਪਟ ਬਣਾ ਦਿੱਤਾ ਹੈ ਕਿ ਮਰਦ ਨੂੰ ਜ਼ਲੀਲ ਕਰਨਾ, ਉਹਨੂੰ ਦੱਸਣਾ ਕਿ ਤੂੰ ਆਪਣੀ ਰੋਟੀ ਆਪ ਗਰਮ ਕਰ ਲੈ, ਤੂੰ ਆਪਣਾ ਬੂਟ ਪਾਲਿਸ਼ ਆਪ ਕਰ ਲਈ, ਤੂੰ ਆਪਣੇ ਕੱਪੜੇ ਆਪ ਇਸਤਰੀ ਕਰ ਲਈ। ਸਾਡੇ ਇਹ ਬਣਦਾ ਜਾ ਰਿਹਾ। ਫੈਮਿਨਿਜ਼ਮ ਐਕਚੁਅਲੀ ਹੈ ਕੀ? ਨਹੀਂ, ਫੈਮਿਨਿਜ਼ਮ ਦਾ ਮਤਲਬ ਹੈ ਔਰਤਾਂ ਦੀ ਪਹਿਚਾਨ। ਔਰਤਾਂ ਦੀ ਪਹਿਚਾਨ ਤੇ ਹੈ ਕਿਉਂਕਿ ਫੀਮੇਲ ਦੇ ਲਫ਼ਜ਼ ਵਿੱਚੋਂ ਹੀ ਨਿਕਲਿਆ। ਬਿਲਕੁਲ, ਜਿੱਦਾਂ ਔਰਤ ਮਾਰਚ ਵੱਡੇ ਵੱਡੇ ਪੋਸਟਰ ਲਾਏ ਹੁੰਦੇ ਨੇ, ਉਹਨਾਂ ਤੇ ਮੁxtਲਿਫ ਰਾਈਟਿੰਗ ਨਿਕਲਿਆ ਹੋਏਗਾ ਜ਼ਰੂਰ, ਕਿਉਂਕਿ ਅੱਜ ਹੈ ਹੀ ਕੌਮੀ ਅਜੀਬੋ-ਗਰੀਬ ਸਲੋਗਨਸ ਲਿਖੇ ਹੁੰਦੇ ਨੇ ਖਾਤੀਨ ਦਾ। ਜੀ ਜੀ। ਤੇ ਫੈਮਿਨਿਜ਼ਮ ਦਾ ਇਹ ਮਤਲਬ ਨਹੀਂ ਹੈਗਾ ਕਿ ਔਰਤ ਦੀ ਕੋਈ ਬਰਤਰੀ ਹੈ, ਲੇਕਿਨ ਇਹ ਔਰਤ ਦੀ ਪਛਾਣ ਹੈ, ਬਸ ਹੋਰ ਕੋਈ ਨਹੀਂ। ਯਾਨੀ ਔਰਤ ਨੂੰ ਆਪਣੇ ਵਾਸਤੇ ਖੜਾ ਹੋਣਾ ਹੈ, ਆਪਣੇ ਵਾਸਤੇ ਲੜਨਾ ਹੈ, ਬਟ ਕਿਸੇ ਦੀ ਨਫੀ ਨਹੀਂ ਕਰਨੀ ਨਾ। ਇਹ ਅਸੀਂ ਮੈਸੇਜ ਦੇਣਾ ਚਾਹ ਰਹੇ ਹਾਂ। ਆਪਣੇ ਹਕੂਕ ਵਾਸਤੇ ਬੜੇ ਚੰਗੇ ਤਰੀਕੇ ਨਾਲ ਲੜਿਆ ਜਾ ਸਕਦਾ ਹੈ ਨਾ। ਅਸਲ ਵਿੱਚ ਗੱਲ ਵੇਖੋ ਕਿ ਅਸੀਂ ਕੋਈ ਲੜਨ ਵਾਸਤੇ ਤੇ ਪੈਦਾ ਨਹੀਂ ਹੋਏ। ਮੈਂ ਇਹ ਕਹਿ ਰਹੀ ਸੀ ਲੜਨਾ ਥੋੜੀ ਮੈਂ ਗੱਲ ਹੈ ਵੇ ਕਿ ਇਹ ਲੜਾਈ ਦੀ ਗੱਲ ਨਹੀਂ ਹੈਗੀ, ਇਹ ਤਾਮੀਰ ਦੀ ਗੱਲ ਹੈ। ਇਹ ਮੁਆਸ਼ਰੇ ਦੇ ਵਿੱਚ ਰਹਿਣ ਦੀ ਗੱਲ ਹੈ ਸਾਡੀਆਂ। ਮੈਂ ਹੁਣੇ ਜਿਵੇਂ ਮੈਂ ਪਹਿਲੇ ਕਹਿ ਰਹੀ ਸਾਂ ਕਿ ਔਰਤ ਦੀ ਜ਼ਿੰਮੇਵਾਰੀ, ਬਲਕਿ ਮੈਂ ਸਮਝਨੀ ਆ ਅੱਜ ਦੇ ਫੀ ਜ਼ਮਾਨਾ ਅਸੀਂ ਗੱਲ ਕਰੀਏ, ਅੱਜ ਦੇ ਦੌਰ ਵਿੱਚ ਔਰਤ ਦੀ ਜ਼ਿੰਮੇਵਾਰੀ ਮਰਦਾਂ ਤੋਂ ਬਹੁਤ ਜ਼ਿਆਦਾ ਹੈ, ਕਿਉਂਕਿ ਔਰਤ ਕਮਾਉਂਦੀ ਵੀ ਹੈ, ਘਰ ਵੀ ਆਪਣਾ ਵੇਖਦੀ ਹੈ ਤੇ ਬੱਚੇ ਵੀ ਪਾਲਦੀ ਹੈ। ਉਹਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਮਰਦ ਹੈ ਉਹ ਫਿਰ ਘਰ ਦੇ ਵਿੱਚ ਔਰਤਾਂ ਦਾ ਹੱਥ ਵਟਾਣਾ ਉਹਦਾ ਫਰਜ਼ ਬਣ ਗਿਆ। ਮੈਂ ਸਮਝਨੀ ਆ ਕਿ ਅੱਜ ਦੇ ਜਿਹੜੀ ਤੁਸੀਂ ਗੱਲ ਕੀਤੀ ਨਾ ਹੱਥ ਵਟਾਣਾ ਮਰਦਾਂ ਦਾ ਫਰਜ਼ ਹੈ, ਜੀ ਮੈਂ ਕਹਿੰਨੀ ਆ ਜਿਹੜੀ ਔਰਤ ਘਰ ਸੀ ਜੀ ਜੀ ਤੇ ਜਿਹਨੇ ਬਾਹਰ ਕਮਾਣਾ ਵੀ ਨਹੀਂ ਸੀ, ਸਹੀ ਹੈ, ਤੇ ਰਸੂਲullah ਆਪਣੇ ਘਰ 'ਚ ਆਪਣੀ ਔਰਤਾਂ ਦਾ ਫਿਰ ਵੀ ਹੱਥ ਵਟਾਉਂਦੇ ਸੀ। ਲੇਕਿਨ ਹੁਣ ਤੇ ਹੁਸਨੇ ਮੁਆਸ਼ਰਤ ਹੈ। ਮੇਰੇ ਜ਼ਿਹਨ 'ਚ ਇੱਕ ਗੱਲ ਆਈ ਕਿ ਅਸੀਂ ਮੋਸਟਲੀ ਸ਼ੋਜ਼ ਡਿਫਰੈਂਟ ਸ਼ੋਆਂ ਤੇ ਬੈਠ ਕੇ ਗੱਲ ਕਰਦੇ ਸ਼ੋਹਰ ਦੀ ਮੁਹੱਬਤ ਕਿੰਜ ਹਾਸਿਲ ਕੀਤੀ ਜਾਏ, ਸ਼ੋਹਰ ਦੀ ਮੁਹੱਬਤ ਕਿੰਜ, ਕਦੇ ਕਿਸੇ ਨੇ ਇਹ ਨਹੀਂ ਕਿਹਾ ਬੀਵੀ ਦੀ ਮੁਹੱਬਤ ਕਿੰਜ ਹਾਸਿਲ ਕੀਤੀ ਜਾਏ। ਨਿਗਤ ਸਾਹਿਬਾ ਤੁਸੀਂ ਦੱਸੋ, ਇੱਥੇ ਸਾਡੇ ਕੈਮਰਾਮੈਨਸ ਵੀ ਹੱਸ ਪਏ ਨੇ। ਵੈਸੇ ਤੁਸੀਂ ਬੜੀ ਸੋਹਣੀ ਗੱਲ ਕੀਤੀ, ਔਰ ਜ਼ਾਹਿਰ ਹੈ ਕਿ ਅਸੀਂ ਖਵਾਤੀਨ ਔਰ ਖਵਾਤੀਨ ਇਹੀ ਚਾਹੁੰਦੀਆਂ ਨੇ ਕਿ ਉਹਨਾਂ ਨਾਲ ਮੁਹੱਬਤ ਕੀਤੀ ਜਾਏ। ਔਰ ਔਰਤ ਖੁਦ ਤੇ ਮੁਹੱਬਤ ਦੇਣ ਵਾਲੀ ਹੈ, ਦਿਆਲੂ ਹੈ, ਸਖੀ ਹੈ, ਸਖਾਵਤ ਕਰਦੀ ਹੈ, ਨਰਮ ਗੋਸ਼ਾ ਰੱਖਦੀ ਹੈ। ਜੀ ਨਰਮ ਗੋਸ਼ਾ ਅੱਲਾਹ ਸੁਬਹਾਨ ਤਾਲਾ ਨੇ ਬਣਾਈ ਹੈ ਇਸ ਤਰ੍ਹਾਂ, ਲਤੀਫ ਜਜ਼ਬਾਤ ਰੱਖਦੀ, ਦੇਣ ਵਾਲੀ ਤੇ ਹੈ ਲੇਕਿਨ ਉਹ ਲੈਣਾ ਵੀ ਬਹੁਤ ਕੁਝ ਚਾਹੁੰਦੀ ਹੈ, ਸਿਰਫ ਮੁਹੱਬਤ ਤੇ ਟਾਈਮ ਮੰਗਦੀ ਹੈ। ਲੇਕਿਨ ਮੈਂ ਤੁਹਾਨੂੰ ਦੱਸਾਂ ਸਾਡੇ ਨਬੀ ਨੇ ਨਾ ਜਿਹੜਾ ਉਸਨੇ ਸਲੂਕ ਖਵਾਤੀਨ ਨਾਲ ਕੀਤਾ ਉਹ ਸਾਡੇ ਵਾਸਤੇ ਮਿਸਾਲ ਹੈ ਕਿ ਕਿਸ ਤਰ੍ਹਾਂ ਔਰਤ ਦਾ ਦਿਲ ਜਿਹੜਾ ਨਾ ਉਹ ਜਿੱਤਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਨਬੀ ਸੱਸਮ ਆਪਣੀਆਂ ਬੀਵੀਆਂ ਨੂੰ ਸਪੇਸ ਬਹੁਤ ਦਿੰਦੇ ਸੀ ਆਪਣੇ ਘਰ 'ਚ, ਮਤਲਬ ਇਹ ਕਿ ਉਹਨਾਂ ਦੇ ਉੱਤੇ ਤਨਕੀਦ ਨਹੀਂ ਸੀ ਕਰਦੇ, ਉਹਨਾਂ ਤੇ ਪਾਬੰਦੀਆਂ ਨਹੀਂ ਸੀ ਲਾਉਂਦੇ, ਉਹਨਾਂ ਨੂੰ ਨਾਕਿਸੁਲ ਅਕਲ ਨਹੀਂ ਸੀ ਕਹਿੰਦੇ, ਉਹਨਾਂ ਨੂੰ ਕੋਈ ਐਸੀ ਚੀਜ਼ ਨਹੀਂ ਸੀ ਕਹਿੰਦੇ ਜਿਹੜਾ ਉਹਨਾਂ ਦੇ ਦਿਲ ਨੂੰ ਬੁਰੀ ਲੱਗੇ। ਕੋਆਪਰੇਟ ਕਰਦੇ ਸੀ, ਉਹਨਾਂ ਦੀ ਇੱਜ਼ਤ ਕਰਦੇ ਸੀ, ਔਰ ਉਹਨਾਂ ਨੂੰ ਮੌਕਾ ਦਿੰਦੇ ਸੀ ਕੋਈ ਇੰਟੈਲੈਕਚੁਅਲ ਪਾਰਟਨਰਸ਼ਿਪ ਜਿਹੜਾ ਉਹਨਾਂ ਨੇ ਦਿੱਤੀ। ਔਰ ਹਜ਼ਰਤ ਆਇਸ਼ਾ ਕਿਸ ਤਰ੍ਹਾਂ ਕੁਐਸਚਨ ਆਨਸਰ ਕਰਦੀਆਂ ਸਨ, ਔਰ ਆਪਦੀਆਂ ਬਾਕੀ ਜਿਹੜੀਆਂ ਬੀਵੀਆਂ ਸਨ ਉਹ ਵੀ। ਤੇ ਆਪ ਸਸਮ ਦੇ ਘਰ ਵਿੱਚ ਨਾ ਇਸ ਤਰ੍ਹਾਂ ਹੋਇਆ ਕਿ ਹਜ਼ਰਤ ਆਇਸ਼ਾ ਦੇ ਕੋਲ ਸੀ ਆਪ ਤੇ ਹਜ਼ਰਤ ਸੌਦਾ ਆ ਗਈਆਂ। ਅੱਛਾ, ਉਹ ਜਦੋਂ ਆਈਆਂ ਤੇ ਹਜ਼ਰਤ ਆਇਸ਼ਾ ਕੋਈ ਸਵੀਟ ਡਿਸ਼ ਬਣਾਈ ਸੀ ਉਹਨਾਂ ਨੇ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਹਰੀਰਾ ਖਾ ਲਓ। ਉਹ ਕਹਿਣ ਲੱਗੀਆਂ ਕਿ ਮੈਂ ਤਾਂ ਨਹੀਂ ਖਾਵਾਂਗੀ, ਮੇਰਾ ਤੇ ਮਨ ਨਹੀਂ ਕਰਦਾ। ਤੇ ਹਜ਼ਰਤ ਆਇਸ਼ਾ ਨੇ ਕਿਹਾ ਤੇ ਤੁਹਾਨੂੰ ਖਾਣਾ ਪਏਗਾ। ਉਹ ਕਹਿਣ ਲੱਗੀਆਂ ਕਿ ਮੈਂ ਤਾਂ ਨਹੀਂ ਖਾਵਾਂਗੀ। ਅੱਛਾ, ਉਹਨਾਂ ਦੋਨਾਂ ਦੀ ਗੁਫ਼ਤਗੂ ਦੇ ਦੌਰਾਨ ਨਬੀ ਸੱਲੱਲਾਹੁ ਕੋਲ ਸੀ ਤੇ ਮੁਸਕਰਾਉਂਦੇ ਰਹੇ। ਉਹਨਾਂ ਨੇ ਇੱਕ ਵਾਰੀ ਵੀ ਇੰਟਰਫੇਅਰ ਨਹੀਂ ਕੀਤਾ ਕਿ ਵੀ ਤੁਸੀਂ ਕੀ ਕਰ ਰਹੀਆਂ ਹੋ, ਕਿਉਂ ਉੱਚੀ ਬੋਲਦੀਆਂ ਹੋ, ਤੁਹਾਨੂੰ ਕੋਈ ਤਮੀਜ਼ ਨਹੀਂ, ਤੁਹਾਨੂੰ ਫਲਾਹ ਨਹੀਂ। ਔਰ ਜਿੱਥੇ ਔਰਤਾਂ ਬਹਿਣ ਉੱਥੇ ਉਹਨਾਂ ਦੀਆਂ ਗੱਲਾਂ ਹੀ ਸ਼ੁਰੂ ਹੋ ਜਾਂਦੀਆਂ ਤੇ ਤੁਹਾਡੇ ਮਾਮਲਾਤ ਹੀ ਨਹੀਂ ਖਤਮ। ਕੋਈ ਗੱਲ ਨਹੀਂ, ਬਿਲਕੁਲ। ਨਬੀ ਸੱਲੱਲਾਹੁ ਨੇ ਸਿਰਫ ਸਮਾਈਲ ਦਿੱਤੀ, ਔਰ ਹਜ਼ਰਤ ਆਇਸ਼ਾ ਤੇ ਹਜ਼ਰਤ ਸੌਦਾ ਦੇ ਦਰਮਿਆਨ ਇਹ ਗੱਲ ਵਧੀ ਤੇ ਹਜ਼ਰਤ ਸੌਦਾ ਅੱਗੇ ਅੱਗੇ ਤੇ ਹਜ਼ਰਤ ਆਇਸ਼ਾ ਪਿੱਛੇ ਪਿੱਛੇ। ਹਜ਼ਰਤ ਆਇਸ਼ਾ ਨੇ ਕਿਹਾ ਮੈਂ ਤੇ ਇਹ ਚੁੱਕਣਾ ਤੇ ਤੁਹਾਡੇ ਮੂੰਹ ਤੇ ਲੇਪ ਕਰ ਦੇਣਾ। ਤੇ ਹਜ਼ਰਤ ਸੌਦਾ ਜਿਹੜੇ ਨਾ ਉਹ ਕਹਿਣ ਕਿ ਮੈਂ ਫਿਰ ਵੀ ਨਹੀਂ ਖਾਣਾ। ਤੇ ਹਜ਼ਰਤ ਆਇਸ਼ਾ ਜ਼ਾਹਿਰ ਯੰਗ ਸੀ ਔਰ ਹਜ਼ਰਤ ਸੌਦਾ ਉਹਨਾਂ ਦੀ ਮਾਂ ਬਰਾਬਰ ਸੀ, ਤੇ ਉਹਨਾਂ ਨੇ ਪਕੜ ਕੇ ਉਹ ਸਵੀਡਿਸ਼ ਉਹਨਾਂ ਦੇ ਮੂੰਹ ਤੇ ਲੇਪ ਕਰ ਦਿੱਤੀ। ਅੱਛਾ, ਹੁਣ ਇਹ ਮੌਕਾ ਐਸਾ ਸੀ ਜਿਹਦੇ ਤੇ ਕੋਈ ਵੀ ਕਹਿ ਸਕਦਾ ਕਿ ਕਮ ਸੇ ਕਮ ਇਹ ਖਿਆਲ ਕਰ ਲੈਣਾ ਸੀ ਤੁਹਾਡੇ ਕੋਲ ਉਮਰ ਚ ਕਿੰਨੀ ਵੱਡੀ ਤੇ ਤੁਸੀਂ ਰਿਸ਼ਤੇ ਦੀ ਤਮੀਜ਼ ਕਰ ਲਓ, ਕੋਈ ਤੁਸੀਂ ਐਟੀਕੇਟ ਸਿੱਖ ਲਓ, ਦੇਖ ਲਓ ਤੁਸੀਂ ਇਹ ਕਰਨਾ ਚਾਹੀਦਾ ਹੋ। ਨਬੀ ਸੱਲੱਲਾਹੁ ਨੇ ਸਿਰਫ ਸਮਾਈਲ ਪਾਸ ਕੀਤੀ ਤੇ
ਆਪ ਉਹਨਾਂ ਨੇ ਇਹੀ ਸੋਚਿਆ ਹੋਣਾ ਕਿ ਇਹਨਾਂ ਦਾ ਆਪਸ ਦਾ ਮਾਮਲਾ ਹੈ ਕਿ ਇਹ ਆਪਸ ਵਿੱਚ ਜੀ ਸਕਦੀਆਂ, ਉਹ ਜਿਸ ਤਰ੍ਹਾਂ ਚਾਹਣ ਕਰ ਸਕਦੀਆਂ। ਅੱਛਾ, ਹੁਣ ਇਹ ਮਤਲਬ ਹੈ ਕਿ ਅਗਰ ਸਾਡੀ ਸੁਸਾਇਟੀ ਦਾ ਕੋਈ ਮਰਦ ਹੁੰਦਾ ਕੋਈ ਵੀ, ਤੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਅੱਛਾ ਮੈਂ ਕਿਵੇਂ ਦਿਲ ਜਿੱਤ ਸਕਦਾ। ਤੇ ਰਸੂਲਾਂ ਨੇ ਕਿਵੇਂ ਦਿਲ ਜਿੱਤਿਆ ਸੀ ਫਿਰ ਕਿ ਆਪ ਉਹਨਾਂ ਨੇ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਤੇ ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਹਜ਼ਰਤ ਸਫੀਆ ਨੇ ਖਾਣਾ ਬਣਾ ਕੇ ਭੇਜਿਆ, ਯਹੂਦੀ ਸਰਦਾਰ ਦੀ ਬੇਟੀ ਸੀ, ਬਹੁਤ ਅੱਛਾ ਖਾਣਾ ਬਣਾਉਂਦੇ ਸੀ। ਤੇ ਸਤਾਇਸ਼ਾ ਨੂੰ ਇੰਨਾ ਗੁੱਸਾ ਚੜਿਆ ਕਿ ਇਹ ਜ਼ਾਹਿਰ ਹੈ ਜਿਹੜਾ ਅੱਛਾ ਖਾਣਾ ਖਾਏਗਾ ਉਹ ਫਿਰ ਯਾਦ ਵੀ ਕਰੇਗਾ। ਤੇ ਉਹਨਾਂ ਨੇ ਜਿਹੜਾ ਗੁਲਾਮ ਲੈ ਕੇ ਇਹਨ ਪਲੇਟ ਨੂੰ ਇੰਜ ਝਟਕਾ ਦਿੱਤਾ ਤੇ ਪਲੇਟ ਵੀ ਗਈ ਤੇ ਖਾਣਾ ਵੀ ਗਿਆ। ਪਲੇਟ ਟੁੱਟ ਗਈ। ਅੱਛਾ, ਐਸੇ ਮੌਕੇ ਤੇ ਹੁਣ ਦੇਖੋ ਕਿ ਕਿਸੇ ਨੂੰ ਗੁੱਸਾ ਆ ਸਕਦਾ, ਕੋਈ ਕਹਿ ਸਕਦਾ ਕਿ ਅੱਛਾ ਇਹ ਕੀ ਕੰਮ ਹੈ ਕਿ ਕਿਉਂ ਐਸਾ ਫੈਸਲਾ ਕੀਤਾ, ਜਾਂ ਕੋਈ ਵੀ ਗੱਲ ਹੋ ਸਕਦੀ। ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਸਿਰਫ ਸਮਾਈਲ ਦਿੱਤੀ। ਔਰ ਸਤਾਇਸ਼ਾ ਜਦੋਂ ਆਏ ਉਹਨਾਂ ਨੇ ਜਜ਼ਬਾਤ ਦਾ ਖਿਆਲ ਕੀਤਾ ਤੇ ਉਹਨਾਂ ਨਾਲ ਕੂਲ ਹੋ ਕੇ ਗੱਲਬਾਤ ਕਰਦੇ ਰਹੇ। ਫਿਰ ਦੇਖਿਆ ਕਿ ਹੁਣ ਬਿਲਕੁਲ ਠੀਕ ਹੋ ਗਿਆ ਮਾਮਲਾ, ਤੇ ਸਿਰਫ ਇੰਨਾ ਕਿਹਾ ਆਪਣੀ ਭੈਣ ਨੂੰ ਪਲੇਟ ਜ਼ਰੂਰ ਦੇ ਦੇਣਾ ਹੁਣ। ਅੱਛਾ, ਤੇ ਤੁਸੀਂ ਦੇਖੋ ਗੱਲ ਉਹੀ ਆ ਜਾਂਦੀ ਨਾ, ਹੁਣ ਸਾਨੂੰ ਮਤਲਬ ਸਾਡੀ ਜਨਰੇਸ਼ਨ ਨੂੰ, ਸਾਡੇ ਅਗਲੇ ਪਿਛਲਿਆਂ ਨੂੰ ਨੌਲੇਜ ਹੀ ਨਹੀਂ ਹੈ ਇਸਲਾਮ ਦਾ। ਸਾਡੇ ਸਿਰਫ ਬਚਪਨ ਤੋਂ ਸਿਰਫ ਕੁਰਾਨ ਪਾਕ ਵੀ ਅਰਬੀ ਚ ਪੜਾਇਆ ਜਾਂਦਾ ਹੈ, ਤਰਜਮੇ ਨਾਲ ਨਹੀਂ ਪੜਾਉਂਦੇ। ਔਰ ਇਹਦੇ ਚ ਮੁਸ਼ਕਿਲ ਵੀ ਕੀ ਹੈ, ਹਾਂਜੀ, ਯਾਨੀ ਤੁਸੀਂ ਇਹ ਦੇਖੋ ਇੰਨੀਆਂ ਇੰਟੈਲੈਕਚੁਅਲ ਬੱਚੀਆਂ ਤੇ ਬੱਚੇ ਨੇ ਸਾਡੇ ਕਿ ਉਹ ਇੰਨਾ ਕੁਝ ਪੜ ਜਾਂਦੇ ਨੇ ਬਹੁਤ ਛੋਟੀ ਏਜ ਵਿੱਚ। ਇੱਕ ਤੁਸੀਂ ਯਾਨੀ ਕਿ ਕਲਾਸ 1 ਦੇ ਬੱਚੇ ਨੂੰ ਵੇਖੋ, ਤੁਸੀਂ ਉਹਨਾਂ ਦੇ ਬੈਗਸ ਦੇਖੋ, ਉਹਨਾਂ ਦੇ ਤੇ ਵਿਚਾਰਿਆਂ ਦੇ ਇੰਨਾ ਵਜ਼ਨ, ਹਾਂਜੀ, ਔਰ ਇੰਨਾ ਬੋਝ। ਲੇਕਿਨ ਇਹ ਵੇ ਕਿ ਅੱਲਾ ਦੀ ਕਿਤਾਬ ਨੂੰ ਅਗਰ ਇਹ ਪੜਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਵਾਸਤੇ। ਹਾਂਜੀ, ਬਿਲਕੁਲ। ਸਾਡੇ ਨਾਲ ਨਾਸਿਰਾ ਸਾਹਿਬਾ ਮੌਜੂਦ ਨੇ, ਲਾਹੌਰ ਹਾਈ ਕੋਰਟ ਦੀਆਂ ਪਹਿਲੀ ਜਸਟਿਸ ਖਾਤੂਨ। ਤੇ ਇਹਨਾਂ ਤੋਂ ਸਵਾਲ ਕਰਾਂਗੇ, ਮੈਨੂੰ ਇਹ ਦੱਸੋ ਕਿ ਮਾਸ਼ਾਅੱਲਾ ਤੁਸੀਂ ਵਰਕਿੰਗ ਲਾਈਫ ਗੁਜ਼ਾਰੀ ਹੈ, ਜਦੋਂ ਬੰਦਾ ਬਾਹਰੋਂ ਕੰਮ ਕਰਕੇ ਆਉਂਦਾ ਹੈ ਤੇ ਮਾਂ ਵੀ ਕਹਿ ਦਿੰਦੀ ਹੈ ਕਿ ਜੀ ਕੰਮ ਨਹੀਂ ਕਰਾਣਾ, ਬਾਹਰੋਂ ਵਿਚਾਰਾ ਥੱਕਿਆ ਹਾਰਾ ਹੈ। ਬਟ ਜੇ ਵਰਕਿੰਗ ਵੂਮਨ ਬਾਹਰੋਂ ਕੰਮ ਕਰਕੇ ਆਉਂਦੀ ਹੈ ਤੇ ਉਹਨੂੰ ਤਾਂ ਕਹਿੰਦੇ ਚੱਲ ਹੁਣ ਆਟਾ ਗੁੰਨ ਲੈ, ਚੱਲ ਹਾਂਡੀ ਚੜਾ ਲੈ, ਚੱਲ ਬੱਚਿਆਂ ਨੂੰ ਦੇਖ ਲੈ, ਇਹ ਕਰ ਲੈ, ਫਲਾਣਾ ਕਰ ਲੈ। ਤੇ ਇੱਥੇ ਤਜ਼ਾਦ ਕਿਉਂ ਹੈ? वो मेरा ख्याल है औरत तो तवक्को रखते हैं कि वो हर काम कर ले। ਇਹਦਾ ਮਤਲਬ औरत मजबूत है। है ही मजबूत, बिल्कुल यकीन मजबूत है कि वो बाहर भी कर दे काम कर सकती है तो कर दे, अंदर भी सारे काम कर सकती है। ਸਹੀ ਗੱਲ ਹੈ। तो बस लेकिन ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਤੇ ਹੈ ਕਿ ਔਰਤ ਮਜ਼ਬੂਤ ਹੈ। ਮੈਂ ਕਹਿੰਨੀ ਬੱਚਾ ਪੈਦਾ ਕਰਨਾ, ਮੈਨੂੰ ਲੱਗਦਾ ਹੈ ਅਸੀਂ ਸੁਣਦੇ ਵੀ ਆਏ ਹਾਂ ਕਿ कोई आदमी नहीं पैदा कर ਕੋਈ ਨਹੀਂ ਕਰ ਸਕਦਾ ਹੈ। ਤੋਂ ਵੇਖ ਲਓ ਨਾ ਕਿ ਔਰਤ ਕਿੰਨੀ ਮਜ਼ਬੂਤ ਹੈ, ਪਰ ਉਹਨੂੰ ਵੀ ਤੇ ਚਾਹੀਦਾ ਹੈ ਨਾ ਕਿ ਉਹਨੂੰ ਅਸੀਂ ਰਿਲੈਕਸ ਰੱਖੀਏ, ਉਹਦੇ ਨਾਲ ਪਿਆਰ ਨਾਲ ਗੱਲ ਕਰੀਏ। ਲੇਕਿਨ ਔਰਤ ਟੁੱਟਦੀ ਪਤਾ ਹੈ ਕਿੰਜ ਹੈ? ਹਾਂਜੀ, ਔਰਤ ਦੀ ਮਜ਼ਬੂਤੀ ਕਿਵੇਂ ਟੁੱਟਦੀ ਹੈ? ਔਰਤ ਮਜ਼ਬੂਤ ਹੁੰਦੀ ਹੈ ਮੁਹੱਬਤ ਮਿਲਣ ਦੇ, ਉਹਨੂੰ ਰਿਸਪੈਕਟ ਮਿਲੇ। ਅੱਛਾ, ਇਹ ਦੋ ਚੀਜ਼ਾਂ ਜਦੋਂ ਮਿਲਦੀਆਂ ਨੇ ਨਾ ਤੇ ਤੁਸੀਂ ਉਸ ਔਰਤ ਕੋਲੋਂ ਕੁਝ ਵੀ ਕਰਾ ਲਓ। ਮੈਂ ਤੁਹਾਨੂੰ ਦੱਸਾਂ, ਇਹ ਬੱਚਾ ਜਦੋਂ ਔਰਤ ਪੈਦਾ ਕਰਦੀ ਹੈ ਤੇ ਉਹ ਇੱਕ ਜਜ਼ਬੇ ਦੇ ਨਾਲ, ਮੈਂ ਆਪੀ ਵੀ ਸੋਚਾਂ, ਅਸੀਂ ਆਪੀ ਵੀ ਔਰਤਾਂ ਸੋਚੀਏ ਕਿ ਅਸੀਂ ਕਿਵੇਂ ਇੱਕ ਬੱਚਾ ਪੈਦਾ ਕਰ ਲੈਂਦੇ ਹਾਂ। ਜਦੋਂ ਬੱਚੇ ਹੋ ਜਾਣ ਤੇ ਯਕੀਨ ਨਹੀਂ ਆਉਂਦਾ ਕਿ ਅਸੀਂ ਇਹਨਾਂ ਨੂੰ ਜਨਿਆ, ਲੇਕਿਨ ਉਹ ਇਸ ਕਰਕੇ ਕਿ ਉਹ ਇੱਕ ਜਜ਼ਬਾ ਹੁੰਦਾ ਹੈ। ਉਹ ਜਿਹੜਾ ਜਜ਼ਬਾ ਜਿਹੜਾ ਹੈ ਨਾ ਉਹ ਜਵਾਨ ਰਹਿੰਦਾ। ਆਰਜ਼ੂ ਜਿਵੇਂ ਤੁਹਾਡੀ ਜਵਾਨ ਰਹਿਣੀ ਚਾਹੀਦੀ ਹੈ ਨਾ, ਇੰਜ ਉਹ ਮਜ਼ਬੂਤੀ ਰਹਿਣੀ ਚਾਹੀਦੀ ਹੈ। ਤੁਹਾਡੀਆਂ ਆਰਜ਼ੂਆਂ ਜਿਹੜੀਆਂ ਨੇ ਤੁਹਾਡੇ ਉਹ ਨਾਲ ਰਹਿਣ ਤੇ ਤੁਸੀਂ ਆਪੀ ਅੱਗੇ ਮਜ਼ਬੂਤੀ ਵੀ ਰਹਿਣ।